ਨਵਾਂ ਪੰਜਾਬ ਦੇ ਵਿਚਾਰ ਚਰਚਾ ਪ੍ਰੋਗਰਾਮ ਵਿੱਚ ਤੁਹਾਡਾ ਦਰਸ਼ਕੋ ਨਿੱਘਾ ਸਵਾਗਤ ਹੈ। ਇਸ ਸ਼ੋਅ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਬਲਵੀਰ ਸਿੰਘ ਜੰਡੂ ਹਨ। ਉਹਨਾਂ ਨਾਲ ਗੱਲ ਕਰਾਂਗੇ ਕਿ ਪਿਛਲੇ ਕੁਝ ਦਿਨਾਂ ਤੋਂ ਇਸ ਗੱਲ ਨੂੰ ਲੈ ਕੇ ਪੰਜਾਬ ਦੇ ਵਿੱਚ ਰੇੜਕਾ ਖੜਾ ਹੋਇਆ ਹੈ ਕਿ ਜਿਹੜੇ ਛਾਪੇ ਹੈ ਮਾਰਨ ਦੀ ਤਕਨੀਕ ਹੈ ਉਹਨੂੰ ਲੈ ਕੇ ਸਰਕਾਰ ਦੀ ਕਿਰਕਰੀ ਹੋ ਰਹੀ ਹੈ, ਤੇ ਖਾਸ ਕਰਕੇ ਜਿਹੜਾ ਸਿਹਤ ਮੰਤਰੀ ਸੀਗੇ ਚੇਤਨ ਸਿੰਘ ਜੌੜੇ ਮਾਜਰਾ, ਉਹਨਾਂ ਦੇ ਜਿਸ ਤਰੀਕੇ ਨਾਲ ਜਿਹੜੇ ਢੰਗ ਨਾਲ ਉਹਨਾਂ ਨੇ ਵਾਈਸ ਚਾਂਸਲਰ ਜਿਹੜੇ ਆਪਣੇ ਉਹ ਬਾਬਾ ਫਰੀਦ ਯੂਨੀਵਰਸਿਟੀ ਦੇ ਜਿਸ ਤਰੀਕੇ ਨਾਲ ਉਹਨਾਂ ਨੇ ਡਾਕਟਰ ਰਾਜ ਬਹਾਦਰ ਨਾਲ ਵਿਹਾਰ ਕੀਤਾ, ਉਹਨੂੰ ਲੈ ਕੇ ਖਾਸਾ ਮਤਲਬ ਸਰਕਾਰ ਲਈ ਸੰਕਟ ਖੜਾ ਹੋ ਗਿਆ, ਕਿਉਂਕਿ ਉਸ ਦਿਨ ਹੀ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਤੇ ਉਹ ਮਾਮਲਾ ਅਜੇ ਵੀ ਹੱਲ ਨਹੀਂ ਹੋ ਰਿਹਾ। ਉਸ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਆਰਡਰ ਜਾਰੀ ਕਰ ਦਿੱਤਾ ਕਿ ਬਦਲੀਆਂ ਉਹਨਾਂ ਤੋਂ ਪੁੱਛੇ ਬਿਨਾਂ ਨਾ ਹੋਣ, ਤੇ ਇਹ ਵੀ ਦੱਸਣਯੋਗ ਹੈ ਕਿ ਬਦਲੀਆਂ ਵੱਖ-ਵੱਖ ਲੈਵਲ ਦੇ ਉੱਪਰ ਵੱਖ-ਵੱਖ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਕਰਨੀਆਂ ਹੁੰਦੀਆਂ, ਤੇ ਮੰਤਰੀ ਕੋਲ ਇੱਕ ਖਾਸ ਕਿਸਮ ਦੀਆਂ ਬਦਲੀਆਂ ਜਿਹੜੀਆਂ ਉੱਚ ਪੱਧਰ ਦੀਆਂ ਬਦਲੀਆਂ ਹੀ ਆਉਂਦੀਆਂ। ਸੋ ਉਹਨੂੰ ਲੈ ਕੇ ਵੀ ਜਿਹੜੀ ਆਲੋਚਨਾ ਹੋ ਰਹੀ ਹੈ, ਤੇ ਇਹਦੇ ਨਾਲ ਜਿਹੜਾ ਟੋਟਲ ਵਾਤਾਵਰਨ ਸੂਬੇ ਦਾ ਬਣਿਆ ਹੋਇਆ, ਪਹਿਲਾਂ ਜਿਸ ਤਰੀਕੇ ਨਾਲ ਚੀਫ ਸੈਕਟਰੀ ਦੇ ਮੁੱਦੇ ਤੇ ਹੋਇਆ ਉਹਨਾਂ ਦੀ ਬਦਲੀ ਹੋਈ ਹੈ, ਉਸ ਤੋਂ ਬਾਅਦ ਜਿਹੜਾ ਐਸਾ ਵਾਤਾਵਰਨ ਬਣਿਆ ਪੰਜਾਬ ਦੇ ਵਿੱਚ 6 ਦੇ ਕਰੀਬ 6 ਤੋਂ ਵੱਧ ਮਤਲਬ ਅਧਿਕਾਰੀਆਂ ਨੇ ਆਈਏਐਸ ਅਧਿਕਾਰੀਆਂ ਨੇ ਕੇਂਦਰ 'ਚ ਜਾਣ ਲਈ ਮਤਲਬ ਕਿਹਾ ਲਿਖਿਆ ਸਰਕਾਰ ਨੂੰ ਵੀ ਸਾਨੂੰ ਜਿਹੜਾ ਡੈਪੂਟੇਸ਼ਨ ਤੇ ਜਾਣ ਦਿੱਤਾ ਜਾਵੇ। ਸੋ ਇਹਦੇ ਨਾਲ ਓਵਰਆਲ ਇੱਕ ਐਸਾ ਮਾਹੌਲ ਬਣ ਗਿਆ ਕਿ ਸਰਕਾਰ ਦੀ ਜਿਹੜੀ ਕੋਆਪਰੇਸ਼ਨ ਦੀ ਜਿਹੜੀ ਅਧਿਕਾਰੀਆਂ ਨਾਲ ਮਿਲਵਰਤਨ ਦੀ ਨੀਤੀ ਹੈ ਉਹਦੇ ਉੱਪਰ ਕਾਫੀ ਸਵਾਲ ਜਿਹੜੇ ਖੜੇ ਹੋਣੇ ਸ਼ੁਰੂ ਹੋਏ ਆ, ਤੇ ਇਸ ਕਰਕੇ ਅੱਜ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਇੱਕ ਮੀਟਿੰਗ ਕੀਤੀ ਕੁਝ ਜ਼ਿਲ੍ਹਿਆਂ ਦੇ ਐਮਐਲਏ ਨਾਲ। ਮੀਟਿੰਗ ਦਾ ਨਾਂ ਤਾਂ ਇਹ ਸੀਗਾ ਵੀ ਉਸ ਮੀਟਿੰਗ ਦੇ ਵਿੱਚ ਜਿਹੜਾ ਉਹ ਆਪੋ ਆਪਣੇ ਹਲਕਿਆਂ ਦੇ ਕੀ ਸਮੱਸਿਆਵਾਂ ਨੇ, ਕੀ ਪ੍ਰੋਬਲਮਾਂ ਨੇ, ਉਹਨਾਂ ਦੇ ਬਾਰੇ ਦੱਸਣ ਪਰ ਉਹਦੇ ਤਹਿਤ ਗੱਲ ਇਹ ਹੋਈ ਹੈ ਕਿ ਵਿਧਾਇਕਾਂ ਨੂੰ ਕਿਹਾ ਗਿਆ ਕਿ ਉਹ ਆਪਣੇ ਜਿਹੜੇ ਛਾਪੇ ਮਾਰਨ ਦੀ ਮੁਹਿੰਮ ਆ ਨਾ ਉਹਦੇ ਤੇ ਪਾਬੰਦੀ ਸਮਝਣ, ਮਤਲਬ ਇਹਦੇ ਤੇ ਜੇ ਕੰਮ ਕਰਨਾ ਤਾਂ ਉਹ ਕਿਸੇ ਖਾਸ ਢੰਗ ਤਰੀਕੇ ਨਾਲ ਕੀਤਾ ਜਾਵੇ, ਜਿਹੜਾ ਮੌਜੂਦਾ ਢੰਗ ਹੈ ਇਹ ਠੀਕ ਨਹੀਂ ਗਾ। ਤੇ ਜੰਡੂ ਸਾਹਿਬ, ਤੁਸੀਂ ਇਸ ਮੁੱਦੇ ਤੇ ਕੀ ਕਹਿਣਾ ਚਾਹੁੰਦੇ ਹੋ? ਜਿਸ ਤਰੀਕੇ ਨਾਲ ਗੱਲਾਂ ਵਧੀਆਂ ਨੇ, ਜਿਸ ਤਰੀਕੇ ਨਾਲ ਰਾਜ ਬਹਾਦਰ ਤੇ ਜੌੜੇ ਮਾਜਰੇ ਦਾ ਮਾਮਲਾ ਉਹਨੇ ਤੂਲ ਫੜੀ ਹੋਈ ਹੈ, ਅਜੇ ਵੀ ਉਹ ਹੱਲ ਨਹੀਂ ਹੋ ਰਿਹਾ, ਤੇ ਉਹਦੇ ਨਾਲ ਹੋਰ ਸਮੱਸਿਆਵਾਂ ਖੜੀਆਂ ਹੋ ਰਹੀਆਂ ਸਰਕਾਰ ਲਈ, ਤੁਸੀਂ ਇਹ ਸਾਰੇ ਮਾਮਲੇ ਨੂੰ ਕਿਸ ਨਜ਼ਰੀਏ ਨਾਲ ਦੇਖ ਰਹੇ ਹੋ? ਇਹਦੇ ਵਿੱਚ ਜੰਮੂ ਜਿਹੜਾ ਸਰਕਾਰ ਦਾ ਕੰਮ ਢੰਗ ਹੈ ਇਹ ਸ਼ੁਰੂ ਤੋਂ ਹੀ ਚਰਚਾ ਦੇ ਵਿੱਚ ਰਿਹਾ, ਇਹਦੇ ਬਾਰੇ ਵਾਦ ਵਿਵਾਦ ਰਹੇ ਕਿ ਜਿਸ ਢੰਗ ਨਾਲ ਉਹ ਕੰਮ ਕਰ ਰਹੇ ਹੈ ਉਹ ਢੰਗ ਠੀਕ ਨਹੀਂ ਹੈ, ਕਿਉਂਕਿ ਸ਼ੁਰੂ 'ਚ ਅਸੀਂ ਦੇਖਿਆ ਹੈ ਕਿ ਜਿਹੜੇ ਵਿਧਾਇਕ ਵੀ ਸੀਗੇ ਉਹ ਵੀ ਸਕੂਲਾਂ 'ਚ ਜਾ ਕੇ ਛਾਪੇ ਮਾਰਦੇ ਸੀ, ਆਪੋ ਆਪਣੇ ਇਲਾਕਿਆਂ ਦੇ ਹਸਪਤਾਲਾਂ 'ਚ ਜਾਂਦੇ ਸੀ। ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਸ਼ੁਰੂ 'ਚ ਹੋਈਆਂ ਤਾਂ ਉਦੋਂ ਤਾਂ ਲੋਕਾਂ ਨੂੰ ਇਹ ਮਹਿਸੂਸ ਹੁੰਦਾ ਸੀਗਾ ਕਿ ਚਲੋ ਨਵੇਂ ਆ ਜੋਸ਼ ਹੈ ਤਾਂ ਸ਼ਾਇਦ ਇਸ ਕਰਕੇ ਹੋ ਰਿਹਾ, ਪਰ ਹੁਣ ਜਦੋਂ ਜਿਸ ਢੰਗ ਨਾਲ ਮੰਤਰੀ ਪੱਧਰ ਦੇ ਉੱਤੇ ਜੋ ਕੁਝ ਵਾਪਰ ਰਿਹਾ ਹੈਗਾ ਔਰ ਜਿਹੜਾ ਸਰਕਾਰ ਕੰਮ ਕਰਨ ਦਾ ਢੰਗ ਹੈ ਕਿ ਇੱਕ ਸਰਕਾਰ ਦੇ ਵਿੱਚ ਹਾਇਰਾਰਕੀ ਹੁੰਦੀ ਹੈ, ਇੱਕ ਮੈਕੈਨਿਜ਼ਮ ਹੁੰਦਾ ਹੈ ਜਿਹਦੇ ਰਾਹੀਂ ਸਾਰਾ ਪ੍ਰਬੰਧ ਜਿਹੜਾ ਹੈ ਉਹ ਚੱਲਦਾ ਹੈਗਾ, ਪਰ ਅਸੀਂ ਦੇਖਦੇ ਹਾਂ ਕਿ ਮੰਤਰੀ ਸਿੱਧੇ ਤੌਰ ਤੇ ਜਾ ਕੇ ਜਿਸ ਢੰਗ ਨਾਲ ਜਿਹੜੀ ਫਰੀਦਕੋਟ ਦੀ ਘਟਨਾ ਹੋਈ ਆ ਉਸ ਨੇ ਸਾਰਾ ਕੁਝ ਜਿਹੜਾ ਹੈ ਉਹ ਸਾਹਮਣੇ ਲੈ ਆਂਦਾ ਹੈ ਕਿ ਅਸਲ ਦੇ ਵਿੱਚ ਜਿਹੜੇ ਮੰਤਰੀ ਸਿਹਤ ਮੰਤਰੀ ਹੈ ਖਾਸ ਕਰਕੇ ਕਿ ਉਹਨਾਂ ਦਾ ਜਿਹੜਾ ਵਤੀਰਾ ਕੀ ਹੈ, ਆਪਣੇ ਜਿਹੜੇ ਮੁਲਾਜ਼ਮ ਹੈ ਜਾਂ ਜਿਹੜੇ ਵੀਸੀ ਨੇ ਅਕੈਡਮਿਕ ਖੇਤਰ ਜਿਹੜੇ ਕੰਮ ਕਰ ਰਹੇ ਆ ਲੋਕ ਤਾਂ ਉਹਨਾਂ ਦੇ ਪ੍ਰਤੀ, ਔਰ ਉਹ ਹੁਣ ਉਹਨਾਂ ਨੇ ਸਪੈਸ਼ਲੀ ਜਾ ਕੇ ਉੱਥੋਂ ਵਾਲਾ ਇੱਕੋ ਉਹੀ ਕਮਰਾ ਖੁਲਾਇਆ। ਜੇ ਤਾਂ ਹੁੰਦਾ ਨਾ ਸਾਰੇ ਹਸਪਤਾਲ ਦੀ ਕੋਈ ਇੰਸਪੈਕਸ਼ਨ ਹੋ ਰਹੀ ਹੈ ਤਾਂ ਫਿਰ ਤਾਂ ਗੱਲ ਇੱਕ ਵੱਖਰੀ ਸੀ, ਜਾਂ ਉਹਨਾਂ ਨਾਲ ਕਮਰੇ 'ਚ ਬੈਠ ਕੇ ਗੱਲ ਕਰਦੇ ਗੱਲ ਵੱਖਰੀ ਸੀ, ਉੱਥੇ ਕੋਈ ਤੂੰ ਮੈਂ ਹੁੰਦੀ ਹੈ, ਪਰ ਜਿਸ ਢੰਗ ਨਾਲ ਉੱਥੇ ਬਿਹੇਵ ਕੀਤਾ ਗਿਆ ਉਸ ਨੂੰ ਸਮੁੱਚੇ ਹੀ ਜਿਹੜੇ ਸਾਡੇ ਵਰਗ ਹੈਗੇ ਆ ਸਮਾਜ ਦੇ ਉਹਨਾਂ ਵਿੱਚ ਉਸ ਨੂੰ ਬੁਰਾ ਮਨਾਇਆ ਗਿਆ, ਤੇ ਖਾਸ ਕਰਕੇ ਜਿਹੜੇ ਸਿਹਤ ਦੇ ਖੇਤਰ 'ਚ ਮੈਡੀਕਲ ਸਿੱਖਿਆ ਦੇ ਖੇਤਰ 'ਚ ਕੰਮ ਕਰਨ ਵਾਲੇ ਪ੍ਰੋਫੈਸਰ ਨੇ, ਡਾਕਟਰਸ ਨੇ, ਉਹਨਾਂ ਨੇ ਤਾਂ ਉਸ ਦਾ ਬਹੁਤ ਬੁਰਾ ਮਨਾਇਆ, ਇੱਥੋਂ ਤੱਕ ਕਿ ਉਹਨਾਂ ਦੀ ਜਿਹੜੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਹੈ ਉਸਨੇ ਤਾਂ ਅਲਟੀਮੇਟਮ ਵੀ ਦਿੱਤਾ ਹੋਇਆ ਸਰਕਾਰ ਨੂੰ, ਤੇ ਉਹਨਾਂ ਨੇ ਵੱਖ-ਵੱਖ ਥਾਵਾਂ ਤੇ ਅਸੀਂ ਦੇਖਦੇ ਹਾਂ ਕਿ ਚਾਹੇ ਗੁਰੂ ਨਾਨਕ ਕਾਲਜ ਅੰਮ੍ਰਿਤਸਰ ਹੈ, ਚਾਹੇ ਹੋਰ ਥਾਵਾਂ ਤੇ ਜਿੱਥੇ ਵੀ ਮੰਤਰੀ ਨੇ ਹੋਰ ਵੀ ਇੱਕ ਦੋ ਥਾਵਾਂ ਤੇ ਜਾ ਕੇ ਛਾਪੇ ਮਾਰੇ ਆ, ਉੱਥੋਂ ਦੇ ਅਧਿਕਾਰੀ ਲਗਾਤਾਰ ਜਿਹੜੇ ਅਸਤੀਫੇ ਦੇਣ ਦਾ ਸਿਲਸਿਲਾ ਉਹ ਚੱਲ ਰਿਹਾ ਹੈ। ਕੋਈ VRS ਲਈ ਅਪਲਾਈ ਕਰ ਰਿਹਾ, ਕੁਝ ਉਹ ਚਾਹੁੰਦੇ ਆ ਕਿ ਸਰਕਾਰ 'ਚ ਕਿਸ ਤਰ੍ਹਾਂ ਦੀ ਬੇਇੱਜ਼ਤੀ ਕਰਾਉਣ, ਉਹਨਾਂ ਨੂੰ ਆਪਣੀ ਨੌਕਰੀ ਜਿਹੜੀ ਛੱਡ ਕੇ ਹੋਰ ਕੰਮ ਕਰ ਲੈਣ, ਬਾਹਰ ਪ੍ਰਾਈਵੇਟ ਕੰਮ ਕਰ ਲੈਣ, ਉਸ ਨੂੰ ਉਹ ਤਰਜੀਹ ਦੇ ਰਿਹਾ। ਸੋ ਇਹ ਜਿਹੜੀ ਸਾਰੀ ਸਥਿਤੀ ਬਣੀ ਹੈਗੀ ਹੈ ਉਸ ਨੇ ਭਗਵੰਤ ਮਾਨ ਸਰਕਾਰ ਲਈ ਬਹੁਤ ਔਖਾ ਕਰ ਦਿੱਤਾ ਹੈਗਾ, ਕਿਉਂਕਿ ਭਗਵੰਤ ਮਾਨ ਨੂੰ ਆਪ
ਫੋਨ ਕਰਕੇ ਡਾਕਟਰ ਹੋਣਾ ਤੋਂ ਮਾਫੀ ਵੀ ਮੰਗਣੀ ਪਈ, ਡਾਕਟਰ ਰਾਜ ਬਹਾਦਰ ਹੋਣਾ ਤੋਂ, ਔਰ ਇਸ ਗੱਲ ਤੇ ਜੋ ਕੁਝ ਵਾਪਰਿਆ ਉਹਦੇ ਤੇ ਅਫਸੋਸ ਵੀ ਪ੍ਰਗਟ ਕਰਨਾ ਪਿਆ। ਉੱਥੇ ਹੀ ਨਹੀਂ, ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਵੱਲੋਂ ਬਕਾਇਦਾ ਰਾਜਾ ਵੜਿੰਗ ਨੂੰ ਉੱਥੇ ਗਏ, ਜਿਹੜੇ ਸ਼੍ਰੋਮਣੀ ਅਕਾਲੀ ਦਲ ਵੱਲੋਂ, ਮਤਲਬ ਜਿਹੜੇ ਵੀ ਪਹਿਲਾਂ ਸਰਕਾਰਾਂ ਰਹੀਆਂ ਤੇ ਜਿਨ੍ਹਾਂ ਨਾਲ ਡਾਕਟਰ ਰਾਜ ਬਹਾਦਰ ਨੇ ਪਹਿਲਾਂ ਕੰਮ ਕੀਤਾ ਹੋਇਆ, ਉਹ ਸਾਰਿਆਂ ਨੇ ਇਸ ਨੂੰ ਬੁਰਾ ਕਿਹਾ ਹੈ। ਸੋ ਇਸ ਕਰਕੇ ਇੱਕ ਤਾਂ ਮਾਹੌਲ ਜਿਹੜਾ ਇਸ ਪੱਖ ਤੋਂ ਸੀਗਾ, ਕਿਉਂਕਿ ਲੋਕਾਂ ਨੂੰ ਤਾਂ ਇਹ ਆਸ ਸੀਗੀ ਤੇ ਮੁਲਾਜ਼ਮਾਂ ਨੂੰ ਇਹ ਆਸ ਸੀ ਕਿ ਇਹ ਸਰਕਾਰ ਆਉਣ ਨਾਲ ਸ਼ਾਇਦ ਉਹਨਾਂ ਦੇ ਮਾਮਲੇ ਹੱਲ ਹੋਣਗੇ, ਪਰ ਜਿਸ ਢੰਗ ਦਾ ਇਹ ਵਤੀਰਾ ਹੋਇਆ ਉਸ ਨੇ ਸਾਰੇ ਮੁਲਾਜ਼ਮਾਂ 'ਚ ਇੱਕ ਖੌਫ ਦਾ ਮਾਹੌਲ ਵੀ ਪੈਦਾ ਕੀਤਾ, ਔਰ ਦੂਸਰਾ ਉਹ ਇਹ ਚਾਹੁੰਦੇ ਹੈ ਕਿ ਇੱਥੋਂ ਛੁਟਕਾਰਾ ਹੋ ਜਾਏ। ਨਾਲੇ ਗੱਲ ਤਾਂ ਜੰਡੂ ਸਾਹਿਬ ਇਹ ਹੁੰਦੀ ਹੈ ਨਾ ਵੀ ਜਿਹੜਾ ਵੀ ਮੰਤਰੀ ਹੈ ਉਹ ਆਪਣੇ ਜਿਹੜੇ ਵਿਭਾਗ ਦੀ ਮੀਟਿੰਗ ਕਰੇ, ਸੈਕਟਰੀ ਹੋਵੇ, ਡਾਇਰੈਕਟਰ ਹੋਣ, ਹੋਰ ਸਾਰੇ ਹੋਣ, ਉੱਥੇ ਜਿਹੜੀਆਂ ਖਾਮੀਆਂ ਕਮੀਆਂ ਉਸ ਲੈਵਲ ਦੇ ਉੱਪਰ ਆਉਣ, ਜੇ ਉਹ ਦੂਰ ਨਹੀਂ ਹੁੰਦੀਆਂ। ਜਿਹੜਾ ਅਕੈਡਮਿਕ ਖੇਤਰ ਦਾ ਜਿਹੜਾ ਮਾਮਲਾ ਹੈ ਬਿਲਕੁਲ ਵੱਖਰਾ ਸੀਗਾ। ਇਹ ਉਹਨਾਂ ਨੂੰ ਵੀਸੀ ਨੂੰ ਇੱਥੇ ਵੀ ਸੱਦ ਸਕਦੇ ਸੀ, ਉਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ, ਉਹਦੇ ਚ ਜਿਹੜਾ ਹੈਲਥ ਸੈਕਟਰੀ ਹੈ ਉਹ ਵੀ ਹੋਣਾ ਚਾਹੀਦਾ ਸੀ, ਬਾਕੀ ਵੀ ਹੋਣਾ ਚਾਹੀਦਾ ਸੀ। ਸਭ ਤੋਂ ਜਿਹੜੀ ਇਹਦੇ ਵਿੱਚ ਗੱਲ ਸੀ ਵੱਡੀ ਕਿ ਇਹ ਸਰਕਾਰ ਵੱਲੋਂ ਉਸ ਕਾਲਜ ਨੂੰ ਕੋਈ ਫੰਡ ਹੀ ਨਹੀਂ ਦਿੱਤੇ ਜਾ ਰਹੇ। ਹੁਣ ਵਾਲਾ ਵੀ ਜਿਹੜਾ ਬਜਟ ਹੈ ਉਹਦੇ ਵਿੱਚ ਵੀ ਇਸ ਕਿਸਮ ਦੀ ਕੋਈ ਵਿਵਸਥਾ ਨਹੀਂ ਕੀਤੀ ਗਈ। ਜਦੋਂ ਕਿ ਰਜਿੰਦਰਾ ਕਾਲਜ ਪਟਿਆਲਾ ਲਈ ਕੀਤੀ ਹੈਗੀ ਹੈ, ਅੰਮ੍ਰਿਤਸਰ ਦੇ ਗੁਰੂ ਨਾਨਕ ਕਾਲਜ ਲਈ ਕੀਤੀ ਗਈ ਹੈ, ਤਾਂ ਇਹ ਕਾਲਜ ਵੀ ਜਿਹੜਾ ਹੈ ਮਤਲਬ ਉਹ ਆਪਣੇ ਫੰਡਿੰਗ ਦੇ ਸਿਰ ਤੇ ਚੱਲ ਰਿਹਾ ਹੈਗਾ, ਸਰਕਾਰ ਵੱਲੋਂ ਉਸ ਢੰਗ ਦੀ ਮਦਦ ਨਹੀਂ ਹੈ। ਤੇ ਇਸ ਸਥਿਤੀ ਦੇ ਵਿੱਚ ਮੰਤਰੀ ਨੂੰ ਜ਼ਰੂਰ ਇਹ ਆਪਣੇ ਅਧਿਕਾਰੀਆਂ ਤੋਂ ਸਲਾਹ ਲੈਣੀ ਚਾਹੀਦੀ ਸੀ, ਪੁੱਛਣਾ ਚਾਹੀਦਾ ਸੀਗਾ ਕਿ ਉੱਥੇ ਜਿਹੜੀ ਸਾਰਾ ਕੁਝ ਜਾ ਰਿਹਾ। ਔਰ ਦੂਸਰਾ ਜਿਹੜਾ ਡਾਕਟਰ ਰਾਜ ਬਹਾਦਰ ਉਹਨਾਂ ਨੇ ਜ਼ਿਕਰ ਕੀਤਾ ਕਿ ਸਰਕਾਰ 'ਚ ਜੇ ਤੁਸੀਂ ਪੈਨਸ਼ਨ ਵੀ ਮੰਗਾਉਣੀ ਹੈ ਤਾਂ ਵੀ 9 ਮਹੀਨੇ ਲੱਗਦੇ ਆ, ਤੇ ਇਸ ਕਰਕੇ ਦੂਜਾ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਸਾਰੀਆਂ ਚੀਜ਼ਾਂ ਦੇ ਅਸੀਂ ਆਰਡਰ ਕੀਤੇ ਹੋਏ ਆ, ਕਿ ਮੈਂ ਤਾਂ ਸਿਰਫ ਮਨਜ਼ੂਰੀ ਦੇਣੀ ਹੈ ਕਿ ਜੋ ਕੁਝ ਕੰਮ ਹੈਗਾ ਇਹ ਮੇਰਾ ਕੰਮ ਨਹੀਂ ਹੈ, ਇਹ ਮੈਡੀਕਲ ਸੁਪਰਡੈਂਟ ਦਾ ਕੰਮ ਆ ਜਿਹੜਾ ਉੱਥੋਂ ਦਾ ਪ੍ਰਬੰਧ ਦੇਖਣਾ, ਉਹਨੂੰ ਚਲਾਉਣਾ ਹੈ। ਸੋ ਇਸ ਪੱਖ ਤੇ ਤਾਂ ਇਹ ਹੈਗਾ। ਦੂਸਰਾ ਤੁਸੀਂ ਗੱਲ ਕੀਤੀ ਹੈ ਵਿਧਾਇਕਾਂ ਵਾਲੀ, ਜਿਹੜਾ ਵਿਧਾਇਕਾਂ ਦਾ ਮਾਮਲਾ ਜਮ ਜੀ, ਉਹ ਬੜੀ ਚੰਗੀ ਗੱਲ ਹੈ ਕਿ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਇਹ ਜਿਹੜਾ ਪ੍ਰਕਿਰਿਆ ਜਾਂ ਇਹ ਅਮਲ ਸ਼ੁਰੂ ਕੀਤਾ, ਉਹ ਇਸ ਕਰਕੇ ਕਿ ਪਹਿਲਾਂ ਤਾਂ ਸ਼ੁਰੂ ਤੋਂ ਇਹੀ ਗੱਲ ਆ ਰਹੀ ਸੀ ਬਾਰ-ਬਾਰ ਕਿ ਦਿੱਲੀ ਦਾ ਜਿਹੜਾ ਮਾਡਲ ਹੈ ਉਹੀ ਇੱਥੇ ਲਾਗੂ ਕੀਤਾ ਜਾਣਾ, ਪਰ ਹੁਣ ਜਿਸ ਢੰਗ ਨਾਲ ਵਿਧਾਇਕਾਂ ਨੂੰ ਸੱਦ ਕੇ ਉਹਨਾਂ ਤੋਂ ਕਿਹਾ ਗਿਆ ਕਿ ਫੀਡਬੈਕ ਲੈਣੀ ਹੈ ਕਿ ਥੱਲੇ ਕਿਸ ਤਰ੍ਹਾਂ ਦੀ ਸਥਿਤੀ ਹੈਗੀ ਹੈ ਤੇ ਸਾਰੇ ਮਾਮਲੇ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਣਾ ਹੈਗਾ, ਤੇ ਸਰਕਾਰ ਕਿਸ ਤਰ੍ਹਾਂ ਕੰਮ ਕਰੇ ਤੇ ਕਿਹੜੇ-ਕਿਹੜੇ ਹਲਕੇ 'ਚ ਕੀ ਕੰਮ ਕਰਨ ਦੀ ਲੋੜ ਹੈ। ਕਿਉਂਕਿ ਪਹਿਲਾਂ ਤਾਂ ਸਿਰਫ ਦਿੱਲੀ ਮਾਡਲ ਦੀ ਹੀ ਗੱਲ ਆ ਰਹੀ ਸੀ, ਹੁਣ ਜਦੋਂ ਦਿੱਲੀ ਦੇ ਮਾਡਲ ਦੇ ਵਿੱਚ ਜਿਹੜੀਆਂ ਖਾਮੀਆਂ ਸੀਗੀਆਂ, ਜਿਸ ਤਰ੍ਹਾਂ ਉਹਨਾਂ ਨੂੰ ਉੱਥੇ ਆਪਣੀ ਆਬਕਾਰੀ ਨੀਤੀ ਜਿਹੜੀ ਐਕਸਾਈਜ਼ ਪਾਲਿਸੀ ਹੈ ਉਹ ਵਾਪਸ ਲੈਣੀ ਪੈ ਗਈ, ਔਰ ਪਹਿਲੀ ਐਕਸਾਈਜ਼ ਪਾਲਿਸੀ ਤੇ ਵਾਪਸ ਜਾਣਾ ਪੈ ਗਿਆ। ਉਹਦੇ ਨਾਲ ਜਿਹੜੀ ਇੱਕ ਦਿੱਲੀ ਮਾਡਲ ਦਾ ਇੱਕ ਬਣਾਇਆ ਹੋਇਆ ਸੀਗਾ ਉਹਨਾਂ ਦੇ ਵੱਲੋਂ ਉਹਨੂੰ ਉਭਾਰਿਆ ਗਿਆ ਸੀ, ਉਸ ਦੀ ਵੀ ਹਵਾ ਨਿਕਲੀ। ਔਰ ਹੁਣ ਜੇ ਇਹ ਵਿਧਾਇਕਾਂ ਤੋਂ ਇੱਥੇ ਫੀਡਬੈਕ ਲੈ ਕੇ ਤੇ ਇੱਥੋਂ ਦੀਆਂ ਪ੍ਰਸਥਿਤੀਆਂ ਦੇ ਮੁਤਾਬਕ ਕੋਈ ਕੰਮ ਕਰੇਗੀ ਸਰਕਾਰ, ਤਾਂ ਉਸ ਦਾ ਸੂਬੇ ਨੂੰ ਵੀ ਫਾਇਦਾ ਹੋਏਗਾ, ਲੋਕਾਂ ਨੂੰ ਵੀ ਫਾਇਦਾ ਹੋਏਗਾ ਤੇ ਸਰਕਾਰ ਵੀ ਲੋਕਾਂ ਨਾਲ ਜੁੜੇਗੀ। ਹੁਣ ਪਿਛਲੇ ਸਮੇਂ 'ਚ ਅਸੀਂ ਦੇਖਿਆ ਹੈ ਕਿ ਜਿਹੜੇ ਸਰਕਾਰ ਆਮ ਤੌਰ ਤੇ ਜਿਹੜੇ ਸੀਗੇ ਨਾ ਮੁੱਖ ਮੰਤਰੀ ਔਰ ਨਾ ਮੰਤਰੀ ਇੰਨੇ ਜ਼ਿਆਦਾ ਮਿਲਦੇ ਸੀ। ਹੁਣ ਜਦੋਂ ਤੋਂ ਇਹ ਸਾਰੀਆਂ ਘਟਨਾਵਾਂ ਵਾਪਰੀਆਂ, ਖਾਸ ਕਰਕੇ ਸੰਗਰੂਰ ਦੇ ਵਿੱਚ ਜਿਸ ਤਰ੍ਹਾਂ ਦਾ ਉਹਨਾਂ ਦੀ ਸਥਿਤੀ ਬਣੀ, ਹਾਰ ਦਾ ਮੂੰਹ ਦੇਖਣਾ ਪਿਆ, ਔਰ ਜਿਸ ਤਰ੍ਹਾਂ ਹੁਣ ਜਿਹੜਾ ਜੌੜੇ ਮਾਜਰਾ ਦੇ ਜੋ ਫਰੀਦਕੋਟ ਚ ਵੀਸੀ ਜਿਹੜੇ ਸੀ ਡਾਕਟਰ ਰਾਜ ਬਹਾਦਰ ਉਹਨਾਂ ਨੇ ਕੀਤਾ, ਉਸ ਤੋਂ ਬਾਅਦ ਇੱਕ ਬਿਲਕੁਲ ਸਥਿਤੀ ਵੱਖਰੀ ਹੋਈ ਆ। ਔਰ ਹੁਣ ਸਰਕਾਰ ਦੇ ਵੱਲੋਂ ਮੰਤਰੀਆਂ ਦੇ ਵੱਲੋਂ ਲਗਾਤਾਰ ਕੋਸ਼ਿਸ਼ ਹੋ ਰਹੀ ਹੈ, ਜਿੱਥੇ ਵੀ ਮੁੱਖ ਮੰਤਰੀ ਵੀ ਜਾਂਦੇ ਉਹਨਾਂ ਦੀ ਵੀ ਕੋਸ਼ਿਸ਼ ਹੁੰਦੀ ਹੈ ਕਿ ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਜਾਵੇ। ਮੰਤਰੀਆਂ ਦਾ ਵੀ ਅੱਗੇ ਨਾਲ ਤੀਰਾ ਬਦਲਿਆ। ਹੁਣ ਅਸੀਂ ਦੇਖਦੇ ਹਾਂ ਕਿ ਅੱਜ ਹੀ ਆਯੁਸ਼ਮਾਨ ਜਿਹੜੀ ਯੋਜਨਾ ਹੈਗੀ ਹੈ ਉਹ ਪਿਛਲੇ ਕਈ ਚਿਰ ਤੋਂ ਜਿਹੜਾ ਸੀਗਾ ਉਹਦੇ ਪੈਸੇ ਸਰਕਾਰ ਵੱਲੋਂ ਨਹੀਂ ਸੀ ਦਿੱਤੇ ਗਏ, ਪਰ ਹੁਣ ਸਰਕਾਰ ਨੇ ਨਵੰਬਰ ਤੋਂ ਬੰਦ ਚੱਲੇ ਆ ਰਹੇ ਸੀਗੇ। ਹਾਂਜੀ, ਤਾਂ ਲੋਕਾਂ ਨੂੰ ਬੜੀ ਪਰੇਸ਼ਾਨੀ ਹੋ ਰਹੀ ਸੀ ਪੀਜੀਆਈ ਦੇ ਵਿੱਚ, ਬਾਕੀ ਥਾਵਾਂ ਦੇ ਉੱਤੇ ਜਿਹੜੇ ਵੀ ਸਰਕਾਰੀ ਹਸਪਤਾਲ ਚੰਗੇ ਸੀ। ਤਾਂ ਅੱਜ ਸਰਕਾਰ ਨੇ, ਵਿੱਤ ਮੰਤਰੀ ਨੇ ਹਰਪਾਲ ਸਿੰਘ ਚੀਮਾ ਹੋਣਾ ਨੇ ਇਹ ਐਲਾਨ ਕੀਤਾ ਹੈਗਾ ਕਿ ਅਸੀਂ ਪੀਜੀਆਈ ਦੇ ਪੈਸੇ ਵੀ ਭੇਜਦੇ ਜਿਹੜੇ ਬਕਾਇਆ ਸੀ, ਬਾਕੀ ਥਾਵਾਂ ਦੇ ਵੀ ਅਸੀਂ ਜਿਹੜੇ ਆ ਉਹਨਾਂ ਨੂੰ ਪੈਸੇ ਭਿਜਵਾ ਦਿੱਤੇ ਗਏ ਆ, ਤੇ ਇਲਾਜ ਜਿਹੜਾ ਹੁਣ ਵੀਰਵਾਰ ਤੋਂ ਫਿਰ ਜਿਹੜਾ ਹੈ ਉਸ ਤਰ੍ਹਾਂ ਮੁਫਤ ਜਿਹੜਾ ਉਹ ਸਕੀਮ ਦੇ ਤਹਿਤ ਹੈ ਉਹ ਸ਼ੁਰੂ ਹੋ ਜਾਏਗਾ। ਸੋ ਇਸ ਤੋਂ ਲੱਗਦਾ ਹੈ ਕਿ ਇਹ ਜਿਹੜੀ ਸਾਰੇ ਜਿਸ ਤੁਸੀਂ ਮਾਹੌਲ ਦਾ ਜ਼ਿਕਰ ਕੀਤਾ, ਉਸ ਮਾਹੌਲ ਦਾ ਹੀ ਦਬਾਅ ਹੈ ਸਰਕਾਰ ਤੇ ਕਿ ਸਰਕਾਰ ਨੂੰ ਇਸ ਪਾਸੇ ਤੁਰਨਾ ਪਿਆ, ਇਹ ਕਦਮ ਲੈਣੇ ਪਏ ਆ। ਪਰ ਅਜੇ ਵੀ ਜਿਹੜਾ ਡਾਕਟਰ ਰਾਜ ਬਹਾਦਰ ਹੋਣਾ ਦਾ ਮਾਮਲਾ ਉਹ ਸੁਲਝਿਆ ਨਹੀਂ ਹੋਇਆ, ਅਜੇ ਵੀ ਉਹਨਾਂ ਨੇ ਆਪਣਾ ਅਸਤੀਫਾ ਵਾਪਸ ਨਹੀਂ ਲਿਆ। ਇੱਥੋਂ ਤੱਕ ਕਿ ਉਹਨਾਂ ਦੀ ਜਿਹੜੀ ਜਥੇਬੰਦੀ ਹੈ IMA ਉਹ ਤਾਂ ਇਹ ਕਹਿ ਰਹੀ ਹੈ ਅਸਤੀਫਾ ਦਾ ਹੁਣ ਆਇਆ। ਇਹ ਸਾਰੇ ਦਬਾਅ ਦੇ ਵਿੱਚ ਸਰਕਾਰ ਮੰਤਰੀ ਨੂੰ ਬਦਲਦੀ ਹੈ,
ਜਾਂ ਮੰਤਰੀ ਦਾ ਵਿਭਾਗ ਬਦਲਿਆ ਜਾਂਦਾ ਹੈ, ਕੀ ਹੁੰਦਾ ਹੈ, ਇਹ ਤਾਂ ਹੁਣ ਸਰਕਾਰ ਜਦੋਂ ਫੈਸਲਾ ਕਰੇਗੀ ਉਸ ਤੋਂ ਹੀ ਸਾਹਮਣੇ ਆਏਗਾ। ਪਰ ਇਹ ਜਿਹੜੀ ਜੋ ਕੁਛ ਹਾਲਤ ਬਣੀ ਹੈ, ਇਹਦੇ ਨਾਲ ਜਿਹੜੀ ਖਾਸ ਕਰਕੇ ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਜਿਹੜੀ ਹਾਲਤ ਸੀਗੀ ਉਹ ਹੋਰ ਵੀ ਮਾੜੀ ਹੋਏਗੀ। ਹੁਣ ਇਹਨਾਂ ਨੇ ਮੈਡੀਕਲ ਕਾਲਜ ਵੀ ਖੋਲ੍ਹਣ ਦਾ ਐਲਾਨ ਕੀਤਾ ਹੈ, ਪਰ ਮੈਡੀਕਲ ਕਾਲਜਾਂ 'ਚ ਦੇਖ ਤਾਂ ਲੈਣਾ ਚਾਹੀਦਾ ਹੈ ਕਿ ਕਿੰਨੇ ਕੁ ਵਿਦਿਆਰਥੀ ਹੈਗੇ ਆ, ਇੰਨੇ ਕਾਲਜਾਂ ਲਈ ਵਿਦਿਆਰਥੀ ਵੀ ਆਉਣਗੇ। ਜਿਸ ਤਰ੍ਹਾਂ ਹੁਣ ਅਸੀਂ ਦੇਖਦੇ ਹਾਂ ਇੰਜੀਨੀਅਰਿੰਗ ਕਾਲਜ ਜਿਹੜੇ ਵੱਡੇ ਪੱਧਰ ਤੇ ਖੁੱਲ ਗਏ ਤਾਂ ਉਹਨਾਂ 'ਚ ਵਿਦਿਆਰਥੀ ਸੀਟਾਂ ਹੀ ਨਹੀਂ ਪੂਰੀਆਂ ਹੁੰਦੀਆਂ। ਸੋ ਉਹ ਸਾਰਾ ਕੁਝ ਜੋ ਹੈਗਾ ਹੈ, ਉਹ ਸਾਰੀ ਸਥਿਤੀ ਇਹ ਦੱਸਦੀ ਹੈ ਕਿ ਕਿਤੇ ਨਾ ਕਿਤੇ ਜਿਹੜੀ ਹੈ ਸਰਕਾਰ ਦੀ ਜਿਹੜੀ ਕੋਆਰਡੀਨੇਸ਼ਨ 'ਚ ਵੀ ਪ੍ਰੋਬਲਮ ਹੈ, ਤੇ ਉਸੇ ਵਿੱਚੋਂ ਹੀ ਸਰਕਾਰ ਨੇ ਅੱਜ ਜਿਹੜੀ ਤੁਸੀਂ ਜ਼ਿਕਰ ਕੀਤਾ ਸ਼ੁਰੂ 'ਚ ਕਿ ਫੈਸਲਾ ਕੀਤਾ ਹੈਗਾ ਤੇ ਮੰਤਰੀ ਨੂੰ ਕਿਹਾ ਹੈ ਕਿ ਇਹ ਜਿਹੜੇ ਸਿੱਧੇ ਛਾਪੇ ਮਾਰਨ ਤੋਂ ਗਰੇਜ਼ ਕੀਤਾ ਜਾਵੇ ਕਿ ਪਹਿਲਾਂ ਕੋਈ ਨਾ ਕੋਈ ਨੋਟਿਸ, ਕੋਈ ਨਾ ਕੋਈ ਹਦਾਇਤਾਂ ਤੁਸੀਂ ਜਾਰੀ ਕਰੋ। ਜੇ ਉਹਨਾਂ ਹਦਾਇਤਾਂ ਦੀ ਪਾਲਣਾ ਨਹੀਂ ਹੁੰਦੀ ਤਾਂ ਫਿਰ ਇਹਨਾਂ ਛਾਪਿਆਂ ਵੱਲ ਅੱਗੇ ਵਧਿਆ ਜਾ ਸਕਦਾ ਹੈ। ਤੇ ਸੋ ਇਸ ਕਰਕੇ ਲੱਗਿਆ ਸਰਕਾਰ ਨੂੰ ਕਿ ਇਹ ਜੋ ਕੁਝ ਹੋ ਰਿਹਾ ਹੈ ਉਹਦੇ ਨਾਲ ਸਰਕਾਰ ਦੇ ਅਕਸ ਨੂੰ ਵੀ ਢਾਹ ਲੱਗ ਰਹੀ ਹੈ, ਪਾਰਟੀ ਦੇ ਅਕਸ ਨੂੰ ਵੀ ਢਾਹ ਲੱਗ ਰਹੀ ਹੈ। ਤੇ ਉਸ ਸਥਿਤੀ ਵਿੱਚ ਹੁਣ ਸਰਕਾਰ ਇਹ ਜਿਸ ਪਾਸੇ ਤੁਰੀ ਹੈ, ਇੱਕ ਚੰਗੀ ਗੱਲ ਹੈ ਕਿ ਜੇ ਫੀਡਬੈਕ ਲੈ ਕੇ ਸਰਕਾਰ ਚੱਲੇਗੀ ਤਾਂ ਇੱਕ ਤਾਂ ਜਿਹੜੀ ਇੱਥੋਂ ਦੀ ਲੋਕਾਂ ਦੀਆਂ ਗੱਲਾਂ ਸੁਣੀਆਂ ਜਾਣਗੀਆਂ, ਲੋਕਾਂ ਦੇ ਹਿੱਤਾਂ ਦਾ ਖਿਆਲ ਰੱਖਿਆ ਜਾਏਗਾ, ਤਾਂ ਲੋਕਾਂ ਦੇ ਜਿਹੜੇ ਮਸਲੇ ਆ ਉਹ ਵੀ ਹੱਲ ਹੋਣ ਵੱਲ ਗੱਲ ਅੱਗੇ ਚੱਲੇਗੀ। ਜਿੱਥੋਂ ਤੱਕ ਦਿੱਲੀ ਮਾਡਲ ਦਾ ਸਵਾਲ ਹੈ, ਲੱਗਦਾ ਹੈ ਕਿ ਉਹ ਹੁਣ ਇਸ ਤੋਂ ਪਿੱਛੇ ਚਲੇ ਜਾਏਗਾ। ਹੁਣ ਸਰਕਾਰ ਨੂੰ ਇੱਥੋਂ ਦੀਆਂ ਸਥਾਨਕ ਜਿਹੜੀਆਂ ਹਕੀਕਤਾਂ ਜਾਂ ਪੰਜਾਬ ਦੀਆਂ ਜਿਹੜੀਆਂ ਹਕੀਕਤਾਂ ਉਹਨਾਂ ਦੇ ਮੁਤਾਬਕ ਹੀ ਅੱਗੇ ਵਧਣਾ ਪਏਗਾ। ਸੋ ਲੱਗਦਾ ਇਹੀ ਹੈ ਕਿ ਵਿਧਾਇਕਾਂ ਨਾਲ ਜਿਹੜੀ ਅੱਜ ਗੱਲਬਾਤ ਕੀਤੀ ਗਈ ਹੈ ਉਹੀ ਇੱਕ ਉਹਨਾਂ ਨੂੰ ਸਿੱਧਾ ਕਿਹਾ ਗਿਆ ਕਿ ਤੁਸੀਂ ਇਸ ਪਾਸੇ ਵੱਲ ਨਾ ਵਧੋ। ਸਰਕਾਰ ਦਾ ਜਿਹੜਾ ਅਕਸ ਹੈ ਇਹਦੇ ਨਾਲ ਧੁੰਦਲਾ ਪੈ ਰਿਹਾ, ਤੇ ਜੇ ਕਿਸੇ ਥਾਂ ਤੇ ਕੋਈ ਗੱਲ ਕਰਨੀ ਵੀ ਪਹਿਲਾਂ ਉਹਦੇ ਬਾਰੇ ਬਕਾਇਦਾ ਜਾਣਕਾਰੀ ਲਓ, ਫਿਰ ਉਸ ਤੋਂ ਬਾਅਦ ਅੱਗੇ ਵਧੋ। ਉਹਦਾ ਵੀ ਵਾਇਆ ਮੀਡੀਆ ਕੱਢਿਆ ਜਾਣਾ ਚਾਹੀਦਾ, ਇੱਕ ਚੰਗੇ ਪਾਸੇ ਵੱਲ ਨੂੰ ਇੱਕ ਕਦਮ ਹੋਏਗਾ। ਭਾਵੇਂ ਕਿ ਗੜਬੜਾਂ ਬਹੁਤ ਸਾਰੀਆਂ ਨੇ, ਉਹਨਾਂ ਨੂੰ ਹੱਲ ਕਰਨ ਲਈ ਬਹੁਤ ਕੁਝ ਕਰਨ ਦੀ ਲੋੜ ਹੈ, ਪਰ ਜਿਵੇਂ ਕੰਮ ਚੱਲਣਾ ਚਾਹੀਦਾ, ਜੋ ਸਿਸਟਮੈਟਿਕ ਹੋਣਾ ਚਾਹੀਦਾ, ਉਸ ਪਾਸੇ ਵੱਲ ਨੂੰ ਹੁਣ ਅੱਗੇ ਵਧਣ ਦੀ ਯਤਨ ਹੋਣਗੇ। ਹਾਂਜੀ, ਉਸ ਤਰ੍ਹਾਂ ਹੀ ਹੋਣਾ ਚਾਹੀਦਾ। ਪਰ ਗੱਲ ਇਹੀ ਹੈ ਕਿ ਸਿਸਟਮ ਨਾ ਹੋਣ ਕਰਕੇ ਹੀ ਇਹ ਪ੍ਰੋਬਲਮ ਆ ਰਹੀ ਹੈ ਕਿ ਸਿਸਟਮ ਨੂੰ ਸਮਝੇ ਬਿਨਾਂ ਮਸਲਿਆਂ ਨੂੰ, ਅਸਲ ਪ੍ਰੋਬਲਮ ਹੈ ਕਿੱਥੇ ਆ, ਸਮੱਸਿਆ ਕਿੱਥੇ ਆ, ਉਸ ਨੂੰ ਸਮਝੇ ਬਿਨਾਂ ਤਾਂ ਉਸ ਤਰ੍ਹਾਂ ਹੀ ਤੁਸੀਂ ਜਿਹੜਾ ਨਾਲ ਇੱਕ ਮੀਡੀਆ ਨੂੰ ਲੈ ਕੇ ਜਾਣ ਦਾ ਸ਼ੋਅ ਆਫ ਦਾ ਹੈ ਨਾ, ਉਹ ਵੀ ਇੱਕ ਇਸ ਵਾਰ ਦੀ ਹਾਂਜੀ। ਵੱਡੀ ਸਮੱਸਿਆ ਬਣ ਰਿਹਾ ਹੈ ਸਾਰੇ ਕੁਝ ਦੇ ਲਈ। ਸੋ ਇਸ ਤੋਂ ਅੱਗੇ ਵਧਦੇ ਹਾਂ ਕਿ ਅੱਜ ਜਿਹੜੀ ਸਿੱਟ ਬਣੀ ਹੋਈ ਹੈ ਬਰਗਾੜੀ, ਤੇ ਉਸਦੇ ਨਾਲ ਹੀ ਜਿਹੜਾ ਬਹਿਬਲ ਕਲਾਂ ਤੇ ਕੋਟਕਪੂਰਾ, ਉੱਥੇ ਗੋਲੀ ਚੱਲੀ ਸੀਗੀ। ਹੁਣ ਗੋਲੀ ਚੱਲੀ ਨੂੰ ਬਹੁਤ ਲੰਮਾ ਸਮਾਂ ਹੋ ਗਿਆ। ਉਹਦੀ ਜਿਹੜੀ ਰਿਪੋਰਟ ਹੈ, ਉਹਦੀ ਜਿਹੜੀ ਜਾਂਚ ਆ, ਉਹ ਮੁਕੰਮਲ ਨਹੀਂ ਹੋਣ ਆ ਰਹੀ। ਤੇ ਦੂਜੇ ਪਾਸੇ ਜਿਹੜੇ ਪੀੜਤ ਧਿਰ ਨੇ, ਉਹ ਲਗਾਤਾਰ ਧਰਨੇ ਤੇ ਬੈਠੇ ਹੋਏ ਆ। ਇੱਕ ਤਾਂ ਉਹਨਾਂ ਪਹਿਲਾਂ ਹੀ ਕਿਹਾ ਵੀ ਅਸੀਂ ਜਿਹੜਾ ਪੰਜਾਬ ਦਾ ਨਵਾਂ ਐਡਵੋਕੇਟ ਜਨਰਲ ਆਇਆ, ਜਿਹੜਾ ਕਿ ਦੂਜੇ ਪਾਸੇ ਭੁਗਤਦਾ ਰਿਹਾ, ਅਸੀਂ ਉਹਦੇ ਨਾਲ ਸਹਿਮਤ ਨਹੀਂ ਗੇ, ਅਸੀਂ ਸਰਕਾਰ ਨਾਲ ਇਸ ਮੁੱਦੇ ਤੇ ਗੱਲ ਨਹੀਂ ਕਰਾਂਗੇ। ਇਹ ਸਰਕਾਰ ਲਈ ਇੱਕ ਵੱਖਰਾ ਪਰੇਸ਼ਾਨੀ ਦਾ ਸਬੱਬ ਬਣਿਆ। ਦੂਜੇ ਪਾਸੇ ਇਹ ਹੈ ਵੀ ਇਹਦੀ ਰਿਪੋਰਟ ਜਿਹੜੀ ਹੈ, ਜਿਹੜਾ ਇਹਦਾ ਚਲਾਨ ਪੇਸ਼ ਕਰਨ ਦੇ ਵਿੱਚ ਦੇਰੀ ਹੋ ਰਹੀ ਹੈ। ਸੋ ਅੱਜ ਇਸ ਮੁੱਦੇ ਨੂੰ ਲੈ ਕੇ ਜਿਹੜੇ ਸਾਬਕਾ ਡੀਜੀਪੀ ਸਮੇਤ ਸੈਣੀ ਸਿੱਟ ਅੱਗੇ ਪੇਸ਼ ਹੋਏ ਸੀਗੇ। ਇੱਥੇ ਚੰਡੀਗੜ੍ਹ ਦੇ 32 ਸੈਕਟਰ ਦੇ ਵਿੱਚ ਉਹਨਾਂ ਦੀ ਪੇਸ਼ੀ ਸੀਗੀ। ਲੰਮਾ ਦੇਰ ਪੇਸ਼ੀ ਜਿਹੜੀ ਚੱਲਦੀ ਰਹੀ, ਤੇ ਲੱਗਦਾ ਹੈ ਕਿ ਜਿਹੜੀ ਸਿੱਟ ਹੈ, ਉਹਨੇ ਜਲਦੀ ਆਪਣੀ ਸਟੇਟਸ ਰਿਪੋਰਟ ਜਿਹੜੀ ਆ ਅਦਾਲਤ ਸਾਹਮਣੇ ਪੇਸ਼ ਕਰਨੀ ਆ, ਤਾਂ ਕਿ ਇਹਦੀ ਜਿਹੜੀ ਜਾਂਚ ਹੈ, ਇਹਦਾ ਕੰਮ ਜਲਦੀ ਮੁਕੰਮਲ ਕੀਤਾ ਜਾਵੇ। ਕਿਉਂਕਿ ਜਿਹੜੀ ਉੱਥੇ ਅੰਦੋਲਨਕਾਰੀ ਨੇ, ਅੰਦੋਲਨ ਕਰਨ ਵਾਲੇ, ਉਹਨਾਂ ਵੀ ਕਿਹਾ ਕਿ ਅਸੀਂ ਹੋਰ ਸਮਾਂ ਸਰਕਾਰ ਨੂੰ ਦੇਣ ਲਈ ਤਿਆਰ ਨਹੀਂ ਗੇ। ਸੋ ਇਹਦੇ ਨਾਲ ਲੱਗਦਾ ਹੈ ਕਿ ਸਮੇਤ ਸੈਣੀ ਦੀ ਹੋਰ ਮੁਸ਼ਕਲਾਂ ਵਧਣਗੀਆਂ। ਤੁਸੀਂ ਇਸ ਅੱਜ ਦੀ ਜਿਹੜੀ ਪੇਸ਼ੀ ਹੈ ਤੇ ਜਿਹੜਾ ਟੋਟਲ ਘਟਨਾਕ੍ਰਮ ਹੈ, ਇਹਨੂੰ ਕਿਵੇਂ ਦੇਖਦੇ ਹੋ? ਦੇਖੋ, ਇਹ ਘਟਨਾਕ੍ਰਮ ਦੀ ਜਿਹੜੀ ਤੇਜ਼ੀ ਹੈ ਉਹ ਇੱਕ ਸੁਭਾਵਕ ਵੀ ਹੈ, ਕਿਉਂਕਿ ਉਹ ਜਿਸ ਤਰ੍ਹਾਂ ਦਾ ਦਬਾਅ ਸਰਕਾਰ ਦੇ ਉੱਤੇ ਇਸ ਗੱਲ ਦੀ ਵੱਧ ਰਿਹਾ ਹੈ। ਇੱਕ ਤਾਂ ਵਿਜੇ ਕਮਲ ਪ੍ਰਤਾਪ ਸਿੰਘ ਹੁਣੀ ਵੀ ਲਗਾਤਾਰ ਜਿਹੜੀ ਹੈ ਇਸ ਮਾਮਲੇ ਦੇ ਉੱਤੇ ਜ਼ੋਰ ਦੇ ਰਿਹਾ ਸਰਕਾਰ ਦੇ ਉੱਤੇ ਕਿ ਸਰਕਾਰ ਕਰ ਨਹੀਂ ਕੁਛ ਰਹੀ। ਜਿਸ ਢੰਗ ਨਾਲ ਸਰਕਾਰ ਨੂੰ ਇਸ ਕੇਸ 'ਚ ਅੱਗੇ ਵਧਣਾ ਚਾਹੀਦਾ, ਉਹ ਨਹੀਂ ਵਧ ਰਹੀ। ਨਾ ਹੀ ਵਕੀਲ ਜਿਹੜੇ ਆ ਉਸ ਪਰ ਜੰਡੂ ਸਾਹਿਬ ਇੱਥੇ ਮੈਂ ਰੁਕਣਾ। ਕੁੰਵਰ ਵਿਜੇ ਹੋਣਾ, ਪ੍ਰਤਾਪ ਹੋਣਾ ਨੇ ਪਿਛਲਾ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਸੀ, ਉਹਨਾਂ ਕਿਹਾ ਸੀਗਾ ਬਰਗਾੜੀ ਦੇ ਮੁੱਦੇ ਉੱਪਰ ਵੀ ਜਾਂ ਮੈਨੂੰ 10 ਮਿੰਟ ਦੇ ਦਿਓ ਜਾਂ ਸਦਨ 'ਚ ਇਹਦੇ ਤੇ ਅੱਧੇ ਘੰਟੇ ਦੀ ਬਹਿਸ ਕਰਵਾ ਲਓ। ਉਹਨਾਂ ਦੀਆਂ ਦੋਨੇ ਗੱਲਾਂ ਸਰਕਾਰ ਨੇ ਮੰਨੀਆਂ ਨਹੀਂ ਸੀਗੀਆਂ। ਇਸ ਦਾ ਮਤਲਬ ਸਰਕਾਰ ਵਾਲਾ ਕੁੰਵਰ ਵਿਜੇ ਪ੍ਰਤਾਪ ਦਾ ਦਬਾਅ ਤਾਂ ਹੋਏਗਾ, ਪਰ ਉਹਦੀ ਗੱਲ ਵਾਲੀ ਸੁਣਨ ਦੇ ਰੌਂਚ ਨਹੀਂ ਜਾਪਦੀ। ਰੌਂਜ ਭਾਵੇਂ ਨਾ ਜਾਪੇ ਜੰਮੂ ਜੀ, ਪਬਲਿਕਲੀ ਤਾਂ ਦੇਖੋ ਉਹਨਾਂ ਦੀ ਗੱਲ ਨੂੰ ਵੇਟੇਜ ਦਿੱਤੀ ਜਾ ਰਹੀ ਹੈ। ਜਿੰਨੀਆਂ ਸਿੱਖ ਜਥੇਬੰਦੀਆਂ, ਜਿੰਨਾ ਵੱਡਾ ਪੱਧਰ ਤੇ ਉਹਨਾਂ ਦਾ ਸਨਮਾਨ ਹੋਇਆ ਇਸ ਮਾਮਲੇ 'ਚ, ਉਹ ਅਜੇ ਤੱਕ ਹੋਰ ਕਿਸੇ ਦਾ ਵੀ ਨਹੀਂ ਹੋਇਆ ਇਸ ਮਾਮਲੇ ਦੇ ਵਿੱਚ। ਖਾਸ ਕਰਕੇ ਜਿਹੜਾ ਬਰਗਾੜੀ ਵਾਲਾ ਮਾਮਲਾ ਤੇ ਬਹਿਬਲ ਕਲਾਂ ਦੇ ਇਹ ਸਾਰੇ ਮਾਮਲੇ ਨੰਬਰ 1।
ਨੰਬਰ 2 ਇਹ ਹੈ ਕਿ ਜਿਹੜੀ ਉੱਥੇ ਬਾਈਬਲ ਕਲਾਂ ਇਨਸਾਫ ਮੋਰਚਾ ਹੈ, ਉਹਨੂੰ ਜਿਹੜਾ ਆਪਣਾ ਅੰਦੋਲਨ ਕਰਦਿਆਂ ਨੂੰ 230 ਦਿਨ ਦੇ ਕਰੀਬ ਹੋ ਗਏ ਤੇ 31 ਜੁਲਾਈ ਤੱਕ ਉਹਨਾਂ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ। ਉਸ ਅਲਟੀਮੇਟਮ 'ਚ ਉਹਨਾਂ ਕਿਹਾ ਸੀਗਾ ਕਿ ਸਾਨੂੰ ਜਿਹੜਾ ਇਨਸਾਫ ਮਿਲੇ। ਜਦੋਂ ਇਨਸਾਫ ਨਹੀਂ ਮਿਲਿਆ ਤਾਂ ਉਹਨਾਂ ਦਾ ਸਿੱਧਾ ਸੀਗਾ ਕਿ ਅਸੀਂ ਸੰਗਤ ਨੂੰ ਪੁੱਛਾਂਗੇ, ਜੋ ਸੰਗਤ ਫੈਸਲਾ ਕਰੇਗੀ ਉਸ ਦੇ ਉੱਤੇ ਅਸੀਂ ਅੱਗੇ ਵਧਾਂਗੇ, ਸਾਡੇ ਮੋਰਚੇ ਦੀ ਰੂਪਰੇਖਾ ਜਿਹੜੀ ਹੈ ਉਹਦੇ ਮੁਤਾਬਕ ਚੱਲੇਗੀ। ਉਸ ਤੋਂ ਪਹਿਲਾਂ ਵੀ ਸਰਕਾਰ ਦੇ 2 ਨੁਮਾਇੰਦੇ ਗਏ ਸੀਗੇ, ਤਾਂ ਉਦੋਂ ਵੀ ਉਹਨਾਂ ਨੇ ਸਰਕਾਰ ਨੂੰ ਹੋਰ ਟਾਈਮ ਦੇਣ ਤੋਂ ਇਨਕਾਰ ਕਰਤਾ। ਪਰ 31 ਜੁਲਾਈ ਦਾ ਜਿਹੜਾ ਸੰਗਤ ਦਾ ਇਕੱਠ ਸੀਗਾ, ਉਹਦੇ ਵਿੱਚ ਜਿਹੜੇ ਪੰਜਾਬ ਦੇ ਸਪੀਕਰ ਹੈਗੇ ਆ ਕੁਲਤਾਰ ਸਿੰਘ ਸੰਧਵਾਂ, ਉਹ ਵੀ ਉੱਥੇ ਪਹੁੰਚੇ ਸੀ। ਉਹਨਾਂ ਨੇ ਵੀ ਬਕਾਇਦਾ ਉੱਥੇ ਇਸ ਗੱਲ ਲਈ ਬਾਰ-ਬਾਰ ਕਿਹਾ ਕਿ ਕਈ ਕਾਨੂੰਨੀ ਅੜਚਣਾਂ ਹੁੰਦੀਆਂ, ਕਈ ਕਾਨੂੰਨੀ ਅੜਚਣਾਂ ਕਰਕੇ ਟਾਈਮ ਲੱਗਦਾ ਹੈ ਤੇ ਸਰਕਾਰ ਨੂੰ ਤੁਸੀਂ ਹੋਰ ਸਮਾਂ ਦਿਓ। ਤਾਂ ਪਰ ਉੱਥੇ ਉਹਨਾਂ ਨੇ ਜਿਹੜੇ ਪ੍ਰਬੰਧਕ ਸੀਗੇ, ਉਹਨਾਂ ਨੇ ਉੱਥੇ ਸੰਗਤ ਨੂੰ ਜੋ ਪੁੱਛਿਆ ਤੇ ਸੰਗਤ ਉੱਥੇ ਇਹ ਸਮਾਂ ਦੇਣ ਨੂੰ ਤਿਆਰ ਨਹੀਂ ਸੀ। ਤਾਂ ਫਿਰ ਅਲਟੀਮੇਟਲੀ ਫੈਸਲਾ ਹੋਇਆ ਕਿ ਅਸੀਂ 16 ਜਿਹੜੀ ਅਗਸਤ ਆ, 16 ਅਗਸਤ ਤੱਕ ਸਰਕਾਰ ਨੂੰ ਟਾਈਮ ਦਿੰਦੇ ਆ ਤੇ 16 ਅਗਸਤ ਨੂੰ ਦੁਬਾਰਾ ਜਿਹੜੀ ਹੈ ਸੰਗਤ ਦਾ ਇਕੱਠ ਫਿਰ ਕੀਤਾ ਜਾਏਗਾ ਤੇ ਉਸ ਇਕੱਠ ਦੇ ਵਿੱਚ ਜੋ ਸੰਗਤ ਫੈਸਲਾ ਕਰੇਗੀ, ਉਸ ਢੰਗ ਨਾਲ, ਉਸ ਰੂਪਰੇਖਾ ਦੇ ਵਿੱਚ ਹੀ ਜਿਹੜਾ ਸੰਘਰਸ਼ ਨੂੰ, ਘੋਲ ਨੂੰ ਅੱਗੇ ਵਧਾਇਆ ਜਾਏਗਾ। ਔਰ ਨਾਲ ਹੀ ਉਹਨਾਂ ਨੇ 2 ਸ਼ਰਤਾਂ ਲਾਈਆਂ। ਇੱਕ ਸ਼ਰਤ ਇਹ ਸੀਗੀ ਕਿ ਜਿਹੜੇ ਨਵੇਂ ਲਾਏ ਆ ਐਡਵੋਕੇਟ ਜਨਰਲ, ਉਹਨਾਂ ਨੂੰ ਬਦਲਿਆ ਜਾਵੇ। ਦੂਸਰੀ ਸ਼ਰਤ ਉਹਨਾਂ ਨੇ ਲਾਈ ਸੀ ਕਿ ਜਿਹੜੀ ਨਾਮ ਚਰਚਾ ਹੈਗੀ ਆ ਡੇਰਾ ਸਿਰਸਾ ਵਾਲਿਆਂ ਦੀ, ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਹੁੰਦੀ, ਉਸ ਨੂੰ ਰੋਕਿਆ ਜਾਵੇ। ਇਹ 2 ਸ਼ਰਤਾਂ ਉਹਨਾਂ ਨੇ ਲਾਈਆਂ। ਹੁਣ ਸਰਕਾਰ ਇਹ 2 ਸ਼ਰਤਾਂ ਪੂਰੀਆਂ ਕਰ ਪਾਉਂਦੀ ਹੈ ਕਿ ਨਹੀਂ ਕਰ ਪਾਉਂਦੀ? ਜੇ ਐਡਵੋਕੇਟ ਜਨਰਲ ਨਹੀਂ ਬਦਲਿਆ ਜਾਂਦਾ, ਜੇ ਨਾਮ ਚਰਚਾ ਦੇ ਸੰਬੰਧ ਵਿੱਚ ਸਰਕਾਰ ਕੋਈ ਫੈਸਲਾ ਨਹੀਂ ਲੈਂਦੀ, ਜਿਹੜਾ ਕਿ ਲੈਣਾ ਬਹੁਤ ਔਖਾ ਹੈ, ਨਹੀਂ ਨਾਮ ਚਰਚਾ ਦੇਖੋ, ਨਾਮ ਚਰਚਾ ਕਿਵੇਂ ਬੰਦ ਕਰਵਾਈ ਜਾ ਸਕਦੀ ਹੈ? ਇਹ ਬੜਾ ਇਹ ਟੇਢਾ, ਕਿਉਂਕਿ ਉਹਨਾਂ ਦਾ ਆਪਣਾ ਇੱਕ ਵੱਖਰਾ ਜਿਹੜਾ ਮਸਲਾ ਹੈਗਾ, ਵੱਖਰਾ ਉਹਨਾਂ ਨੇ ਆਪਣਾ ਅਕੀਦਾ ਉਹਨਾਂ ਦਾ। ਨਹੀਂ, ਉਹ ਬਿਲਕੁਲ ਠੀਕ ਹੈ ਤੁਹਾਡੀ ਗੱਲ। ਉਹ ਤਾਂ ਗੱਲ ਤਾਂ ਇਹ ਹੈ ਕਿ ਜਿਹੜਾ ਸੰਗਤ ਨੇ ਉੱਥੇ ਫੈਸਲਾ ਕੀਤਾ ਹੈ, ਗੱਲ ਤਾਂ ਆਪਾਂ ਉਸ ਤੇ ਚੱਲ ਰਹੇ ਹਾਂ। ਉਹ ਤਾਂ ਸੰਵਿਧਾਨ ਦੇ ਮੁਤਾਬਕ ਨਹੀਂ ਸੰਭਵ ਹੋ ਨਹੀਂ ਸਕਦਾ, ਨਾ ਪੋਸੀਬਲ ਹੈ, ਨਾ ਸਰਕਾਰ ਕਰ ਹੀ ਸਕਦੀ ਹੈ। ਜਿਹੜਾ ਐਡਵੋਕੇਟ ਜਨਰਲ ਦਾ ਮਾਮਲਾ, ਉਹ ਵੀ ਇਸ ਤਰ੍ਹਾਂ ਵਾਦ ਵਿਵਾਦ ਚ, ਕਿਉਂਕਿ ਸ਼ੁਰੂ ਤੋਂ ਜਦੋਂ ਪਹਿਲੇ ਐਡਵੋਕੇਟ ਜਨਰਲ ਨੂੰ ਹਟਾਇਆ ਗਿਆ ਸੀਗਾ, ਤਾਂ ਉਸ ਤੋਂ ਬਾਅਦ ਜਿਉਂ ਹੀ ਇਸ ਨਵੇਂ ਐਡਵੋਕੇਟ ਜਨਰਲ ਦੀ ਨਿਯੁਕਤੀ ਕੀਤੀ ਗਈ, ਤਾਂ ਉਸੇ ਦਿਨ ਹੀ ਤੋਂ ਹੀ ਵਿਵਾਦ ਸ਼ੁਰੂ ਹੋ ਗਿਆ ਸੀਗਾ ਕਿ ਇਹ ਉਹਨਾਂ ਸਾਰੇ ਕੇਸਾਂ ਦੇ ਵਿੱਚ ਸਰਕਾਰ ਦੇ ਖਿਲਾਫ ਪੇਸ਼ ਹੋਇਆ, ਚਾਹੇ ਉਹ ਡੇਰਾ ਸੱਚਾ ਸੌਦਾ ਦਾ ਕੇਸ ਸੀਗਾ, ਚਾਹੇ ਹੋਰ ਕੇਸ ਸੀਗੇ। ਤਾਂ ਇਸ ਕਰਕੇ ਇਹ ਘੱਟੋ ਘੱਟ 10-11 ਕੇਸ ਸੀਗੇ ਜਿਨ੍ਹਾਂ 'ਚ ਸਰਕਾਰ ਦੇ ਵਿਰੁੱਧ ਪੇਸ਼ ਹੁੰਦੇ ਰਹੇ। ਹਾਂ, ਤੇ ਉਹਦੇ ਵਿੱਚ ਇਹਨਾਂ ਦੀ ਮੋਰਲੀ ਜਿਹੜਾ ਉਹ ਨਹੀਂ ਬਣਦਾ ਹੈਗਾ, ਇੱਕ ਕਨਫਲਿਕਟ ਆਫ ਇੰਟਰਸਟ ਜਿਹੜਾ ਹੈਗਾ ਉਹ ਮਾਮਲਾ ਆ ਜਾਂਦਾ ਹੈਗਾ ਕਿ ਜਿਹੜੇ ਕੇਸਾਂ 'ਚ ਅੱਗੇ ਸਰਕਾਰ ਦੇ ਖਿਲਾਫ ਲੜਦੇ ਰਹੇ ਆ, ਉੱਥੇ ਇਹ ਕਿਸ ਤਰ੍ਹਾਂ ਉਹਨਾਂ ਦੇ ਹੁਣ ਖਿਲਾਫ, ਉਹਨਾਂ ਹੀ ਆਪਣੇ ਮੌਕੇ ਦੇ ਖਿਲਾਫ ਉੱਥੇ ਖੜ ਕੇ ਤੇ ਲੜਨਗੇ। ਨੰਬਰ 1 ਤਾਂ ਇਹ। ਨੰਬਰ 2 ਇਹ ਹੈ ਕਿ ਹੁਣ ਜੇ ਸਰਕਾਰ ਉਹਨਾਂ ਨੂੰ ਨਹੀਂ ਬਦਲਦੀ, ਤਾਂ ਜੇ ਸੰਗਤ ਜਿਹੜੀ ਹੈ 16 ਅਗਸਤ ਨੂੰ ਕੋਈ ਵੱਖਰਾ ਫੈਸਲਾ ਵੀ ਲੈ ਸਕਦੀ। ਇੱਕ ਪੱਖ ਤਾਂ ਇਹ ਹੈ। ਦੂਜਾ, ਹੁਣ ਜਿਹੜਾ ਤੁਸੀਂ ਸੁਮੇਰ ਸਿੰਘ ਸੈਣੀ ਦੀ ਪੇਸ਼ੀ ਦੀ ਗੱਲ ਕੀਤੀ ਹੈ ਕਿ ਸਿੱਟ ਜਿਹੜੀਆਂ, ਕਈ ਸਿੱਟ ਅੱਗੇ ਜੰਮੂ ਜੀ ਬਣ ਚੁੱਕੀਆਂ, ਕਮਿਸ਼ਨ ਬਣ ਚੁੱਕੇ ਆ, ਉਹਨਾਂ ਦੀਆਂ ਰਿਪੋਰਟਾਂ ਆ ਚੁੱਕੀਆਂ, ਪਰ ਉਹ ਕਿਸੇ ਤੇ ਵੀ ਕੋਈ ਅਮਲ ਨਹੀਂ ਹੁੰਦਾ। ਹੁਣ ਜਿਹੜੀ ਵਿਜੇ ਕੁੰਵਰ ਪ੍ਰਤਾਪ ਸਿੰਘ ਉਹਨਾਂ ਦੇ ਜਿਹੜੀ ਕਮੇਟੀ ਬਣੀ ਸੀਗੀ, ਸਿੱਟ ਬਣੀ ਸੀ, ਉਸਨੇ ਵੀ ਇੱਕ ਰਿਪੋਰਟ ਦਿੱਤੀ, ਉਸ ਨੂੰ ਹਾਈ ਕੋਰਟ ਨੇ ਖਾਰਜ ਕਰਤਾ। ਸੋ ਇਸ ਕਰਕੇ ਹੁਣ ਇਹ ਜਿਹੜੀ ਰਿਪੋਰਟ ਹੈ, ਇਹ ਅਜੇ ਕਦੋਂ ਕੰਪਲੀਟ ਹੋਏਗੀ? ਪਰ ਇਹ ਜ਼ਰੂਰ ਹੈ ਕਿ ਜਿਹੜੇ ਅੱਜ ਸੁਮੇਰ ਸਿੰਘ ਸੈਣੀ ਦੇ ਪੇਸ਼ ਹੋਣ ਨਾਲ ਉੱਥੇ ਇਸ ਦੀ ਚਰਚਾ ਜ਼ਰੂਰ ਹੈਗੀ ਹੈ। ਕਿੰਨਾ ਕੁ ਇਸ ਦੇ ਮਾਮਲੇ ਤੇ ਗੱਲ ਅੱਗੇ ਵੱਧਦੀ ਹੈ, ਅਗਲੀ ਤਰੀਕ ਕਦੋਂ ਆਉਂਦੀ ਹੈ, ਸਿੱਟ ਆਪਣੀ ਰਿਪੋਰਟ ਕਦੋਂ ਸਬਮਿਟ ਕਰਦੀ ਹੈ, ਤੇ ਉਸ ਰਿਪੋਰਟ 'ਚ ਕੀ ਹੁੰਦਾ, ਇਹ ਤਾਂ ਉਦੋਂ ਬਾਅਦ 'ਚ ਦੇਖਣ ਵਾਲੀ ਗੱਲ ਹੈ ਜਦੋਂ ਸਾਹਮਣੇ ਆਏਗਾ। ਪਰ ਇਹ ਜ਼ਰੂਰ ਹੈ ਕਿ ਇਹਦੇ ਨਾਲ ਕਿਤੇ ਇਹ ਨਹੀਂ ਲੱਗਦਾ ਕਿ ਵੀ ਇਸ ਸਿੱਟ ਜਿਹੜੀ ਅੱਜ ਦੀ ਪੇਸ਼ੀ ਹੈ, ਜਾਂ ਜਿਹੜੀ ਸਰਕਾਰ ਦਾ ਇਸ ਵੇਲੇ ਵਤੀਰਾ ਚੱਲ ਰਿਹਾ, ਜੇ ਉਹ ਐਡਵੋਕੇਟ ਜਨਰਲ ਨਹੀਂ ਬਦਲਦੇ, ਤਾਂ ਫਿਰ ਉਹ ਜਿਹੜਾ ਮੋਰਚਾ ਹੈ ਉਹ ਉਸ ਤਰ੍ਹਾਂ ਹੀ ਜਾਰੀ ਰਹੇਗਾ। ਤਾਂ ਉਹਦੇ ਅੱਗੇ ਹੋਰ ਕਿਸ ਤਰ੍ਹਾਂ ਦੀ ਰੂਪਰੇਖਾ ਉਹ ਤਿਆਰ ਕਰਦਾ, ਇਹ ਤਾਂ ਹੁਣ ਸਮਾਂ ਹੀ ਦੱਸੇਗਾ। ਪਰ ਇਹ ਜ਼ਰੂਰ ਹੈ ਕਿ ਇਹਦੇ ਨਾਲ ਸਰਕਾਰ ਦੇ ਉੱਤੇ ਜਿਸ ਤਰ੍ਹਾਂ ਦਬਾਅ ਹੈ ਕਿ ਇਸ ਕੇਸ ਨੂੰ ਅੱਗੇ ਚਲਾਉਣ ਦੇ ਵਿੱਚ ਤੇਜ਼ੀ ਜ਼ਰੂਰ ਆਈ ਹੈਗੀ ਹੈ, ਪਰ ਇਹ ਹੁਣ ਅੱਗੇ ਕਿਸ ਦਿਸ਼ਾ 'ਚ ਅੱਗੇ ਵੱਧਦਾ, ਇਹ ਹੁਣ ਦੇਖਣ ਵਾਲੀ ਗੱਲ। ਇਹਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ ਕਿਸਾਨਾਂ ਨਾਲ ਮੀਟਿੰਗ ਕੀਤੀ ਸੀ, ਉਹਦੇ 'ਚ ਫੈਸਲਾ ਕੀਤਾ ਜਿਹੜਾ ਕਿਸਾਨਾਂ ਨੇ 4 ਨੂੰ ਧਰਨਾ ਲਾਉਣਾ ਸੀ, ਉਹ ਮੁਲਤਵੀ ਹੋ ਗਿਆ। ਅੱਜ ਸਰਕਾਰ ਨੇ ਜਿਹੜਾ ਐਲਾਨ ਕਰ ਦਿੱਤਾ, ਜਿਹੜੇ ਮੂੰਗੀ ਦੀ ਖਰੀਦ 31 ਜੁਲਾਈ ਨੂੰ ਬੰਦ ਕਰ ਦਿੱਤੀ ਸੀ, ਉਹ ਹੁਣ 10 ਤੱਕ ਵਧਾਉਣ ਦਾ ਫੈਸਲਾ ਕੀਤਾ ਵੀ 10 ਅਗਸਤ ਤੱਕ ਅਸੀਂ ਮੂੰਗੀ ਦੀ ਖਰੀਦ ਕਰਾਂਗੇ। ਇਹਦੇ ਨਾਲ ਮੇਰਾ ਖਿਆਲ ਕਿਸਾਨਾਂ ਦੇ ਮੁੱਦੇ ਦੇ ਉੱਪਰ ਵੀ ਗੱਲ ਸਹੀ ਦਿਸ਼ਾ ਵੱਲ ਤੁਰ ਪਈ ਹੈ। ਇਹਦੇ ਨਾਲ ਹੀ ਸਰਕਾਰ ਨੇ ਇਹ ਵੀ ਫੈਸਲਾ ਲੈ ਲਿਆ ਸੀਗਾ ਕਿ ਜਿਹੜੀ ਜਿੱਥੇ ਨਰਮੇ ਦਾ, ਝੋਨੇ ਦਾ ਨੁਕਸਾਨ ਹੋਇਆ, ਉਹਦੇ ਗਿਰਦਾਵਰੀ ਕਰਾ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਏਗਾ। ਹੁਣ ਇਸ ਗੱਲ ਨੂੰ ਲੈ ਕੇ ਰੇੜਕਾ ਰਹੇਗਾ
ਕਿ ਮੁਆਵਜ਼ਾ ਕਿੰਨਾ ਦਿੱਤਾ ਜਾਣਾ ਜਾਂ ਨਹੀਂ ਦਿੱਤਾ ਜਾਣਾ, ਇਹਨੂੰ ਲੈ ਕੇ ਰੇੜਕਾ ਜ਼ਰੂਰ ਬਣਿਆ ਰਹੇਗਾ। ਪਰ ਸਰਕਾਰ ਨੇ ਉਹਨਾਂ ਨਾਲ, ਕਿਸਾਨਾਂ ਨਾਲ ਗੱਲਬਾਤ ਕਰਕੇ ਇਹ ਮਾਮਲਾ ਨਿਬੇੜਨ ਦੀ ਜਿਹੜਾ ਯਤਨ ਕੀਤਾ। ਸਰਕਾਰ ਦੀਆਂ ਕੁਝ ਇਹ ਪਹਿਲ ਕਦਮੀਆਂ ਮੇਰਾ ਖਿਆਲ ਥੋੜਾ ਜਿਹਾ ਇਹਨਾਂ ਨੂੰ ਇਸ ਪੱਖ ਤੋਂ ਬਚਾਉਣ ਵਾਲੇ ਪਾਸੇ ਵੱਲ ਲੈ ਕੇ ਜਾਣਗੇ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹਦੇ ਵਿੱਚ ਜਿਵੇਂ ਚੰਗੀ ਗੱਲ ਹੈਗੀ ਹੈ ਕਿ ਜਿਹੜਾ ਕਿਸਾਨਾਂ ਨਾਲ ਮੀਟਿੰਗ ਕਰਕੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਸੀਗੀਆਂ ਫੌਰੀ ਉਹਨਾਂ ਦੇ ਉੱਤੇ ਉਹਨਾਂ ਨੇ ਅਮਲ ਕੀਤਾ। ਪਰ ਕਿਸਾਨਾਂ ਦੇ ਜਿਹੜੀਆਂ ਦੂਸਰੀਆਂ ਮੰਗਾਂ ਹੈਗੀਆਂ ਉਹ ਉੱਤੇ ਖੜੀਆਂ, ਅਜੇ ਉਹਨਾਂ ਦਾ ਗੰਨੇ ਦਾ ਜਿਹੜਾ ਬਕਾਇਆ ਅਜੇ ਅੱਧਾ ਨਹੀਂ, ਗੰਨੇ ਦਾ ਬਕਾਇਆ ਵੀ ਮੇਰਾ ਖਿਆਲ 170-80 ਕਰੋੜ ਅੱਜ ਸਰਕਾਰ ਨੇ ਦੇਣ ਦਾ ਫੈਸਲਾ ਕਰਤਾ ਹੈ। ਨਹੀਂ, ਉਹ ਤਾਂ ਦਿੱਤਾ, ਅੱਧਾ ਦਿੱਤਾ ਜੰਮੂ ਜੀ, ਉਹਦੇ ਚੋਂ ਅੱਧਾ ਅਜੇ ਕਹਿੰਦੇ ਸੀ ਰਹਿੰਦਾ। ਤੇ ਚਲੋ ਖੈਰ ਐਨੀਹਾਓ, ਪਰ ਮਤਲਬ ਬਾਕੀ ਦੀਆਂ ਮੰਗਾਂ ਜਿਹੜੀਆਂ ਹੋਰ ਹੈਗੀਆਂ, ਜਿਹੜੀ ਤੁਸੀਂ ਮੁਆਵਜ਼ੇ ਦੀ ਗੱਲ ਕੀਤੀ ਆ ਉਹ ਹੈਗੀਆਂ। ਪਰ ਇਹ ਜ਼ਰੂਰ ਹੈ ਕਿ ਇਹ ਚਲੋ ਠੀਕ ਗੱਲ ਹੈ, ਪਰ ਇਹ ਸਾਰਾ ਕੁਝ ਜੰਮੂ ਜੀ ਹੁੰਦਾ ਉਦੋਂ ਹੀ ਹੈ ਜਦੋਂ ਦੇਖੋ ਕਿਸਾਨ ਅੰਦੋਲਨ ਕਰਦੇ ਆ ਜਾਂ ਮੁਲਾਜ਼ਮ ਅੰਦੋਲਨ ਕਰਦੇ ਆ ਜਾਂ ਲੋਕ ਅੰਦੋਲਨ ਕਰਦੇ ਆ। ਸਰਕਾਰ ਆਪਣੇ ਤੌਰ ਤੇ ਕੋਈ ਵੀ ਇਸ ਤਰ੍ਹਾਂ ਦੇ ਫੈਸਲੇ ਲੈਣ ਨੂੰ ਤਿਆਰ ਨਹੀਂ ਹੁੰਦੀ। ਜਦੋਂ ਕਿਸਾਨ ਉਹਨਾਂ ਨੂੰ ਜਾ ਕੇ ਮਿਲਦੇ ਆ, ਪਹਿਲਾਂ ਵੀ ਮੀਟਿੰਗਾਂ ਹੋਈਆਂ, ਉਹਨਾਂ ਨੂੰ ਮੈਮੋਰੈਂਡਮ ਦਿੱਤੇ ਗਏ, ਉਦੋਂ ਨਹੀਂ ਗੱਲ ਸੁਣੀ ਗਈ। ਹੁਣ ਅਸੀਂ ਦੇਖਦੇ ਹਾਂ ਕਿ ਬੇਰੁਜ਼ਗਾਰ ਅਧਿਆਪਕ ਜਿਹੜੇ ਆ ਉਹ ਕਿਸ ਤਰ੍ਹਾਂ ਰੋਜ਼ ਹੀ ਉਹਨਾਂ ਦਾ ਪੁਲਿਸ ਨਾਲ ਉੱਥੇ ਜਿਹੜਾ ਕਲੈਸ਼ ਹੁੰਦਾ ਹੈ, ਜਿਹੜੀ ਇਹਨਾਂ ਦੇ ਮੁੱਖ ਮੰਤਰੀ ਦੀ ਕੋਠੀ ਹੈ ਇਹਨਾਂ ਦੇ ਪਿੰਡ ਉੱਤੇ ਸੰਗਰੂਰ 'ਚ, ਤਾਂ ਉਹ ਸਾਰੀਆਂ ਥਾਵਾਂ ਦੇ ਉੱਤੇ ਮਤਲਬ ਅਸੀਂ ਵੱਖ-ਵੱਖ ਜਿਹੜੇ ਵਰਗ ਹੈਗੇ ਆ ਉਹ ਇਸ ਗੱਲ ਦੇ ਸੰਘਰਸ਼ ਦੇ ਜਦੋਂ ਰਾਹ ਪੈਂਦੇ ਆ ਉਦੋਂ ਹੀ ਕੋਈ ਮਾਮਲਾ ਹੱਲ ਹੁੰਦਾ। ਇਹ ਚੰਗੀ ਗੱਲ ਹੈ ਕਿ ਚਲੋ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਿਆ ਹੈਗਾ, ਉਹਨਾਂ ਦੀ ਗੱਲ ਸੁਣੀ ਹੈਗੀ ਹੈ। ਤਾਂ ਇਸ ਤਰ੍ਹਾਂ ਹੀ ਹੁਣ ਜਿਵੇਂ ਬਰਗਾੜੀ ਵਾਲੇ ਮੋਰਚੇ ਤੇ ਬੈਠੇ ਲੋਕ, ਜੇ ਉਹਨਾਂ ਦੀ ਗੱਲ ਸੁਣੀ ਜਾਏਗੀ ਠੀਕ ਹੈ, ਨਹੀਂ ਤੇ ਉਹ ਫੇਰ ਅੰਦੋਲਨ ਅੱਗੇ ਵਧੇਗਾ। ਸੋ ਅਸੀਂ ਦੇਖਦੇ ਹਾਂ ਕਿ ਸਾਰੇ ਪਾਸੇ ਕਿਤੇ ਨਾ ਕਿਤੇ ਹੁਣ ਜਿਹੜੇ ਡਾਕਟਰ ਹੈ ਔਰ ਬੇਸ਼ੱਕ ਉਹ ਕੰਮ ਕਰ ਰਹੇ, ਪਰ ਉਹ ਇੱਕ ਉਹਨਾਂ ਦੇ ਵਿੱਚ ਸਖਤ ਜਿਹੜਾ ਰੋਸ ਹੈਗਾ ਜੋ ਕੁਝ ਫਰੀਦਕੋਟ 'ਚ ਵਾਪਰਿਆ BC ਦੇ ਨਾਲ, ਤੇ ਸਾਰੇ ਪਾਸੇ ਇਸ ਤਰ੍ਹਾਂ ਦੀ ਜਿਹੜੀ ਹੈ ਗੁੱਸਾ ਹੈ ਲੋਕਾਂ 'ਚ ਵੀ ਹੈ। ਸੋ ਇਹ ਸਾਰੀ ਇੱਕ ਸਥਿਤੀ ਹੈਗੀ ਹੈ ਕਿ ਸਰਕਾਰ ਨੂੰ ਜਦੋਂ ਸ਼ੁਰੂ ਦੇ ਵਿੱਚ ਹੀ ਇਹ ਗੱਲਾਂ ਸੁਣਨੀਆਂ ਚਾਹੀਦੀਆਂ ਔਰ ਜਿਹੜੇ ਲੋਕਾਂ ਦੇ ਮਸਲੇ ਹੱਲ ਕਰਨ ਦੇ ਵੱਲ, ਕਿਉਂਕਿ MLA ਦੀ ਡਿਊਟੀ ਇਹੀ ਹੈ ਕਿ ਉਹ ਆਪਣੇ ਇਲਾਕੇ ਦੇ, ਜਿਸ ਤਰ੍ਹਾਂ ਅੱਜ ਇਹਨਾਂ ਨੇ ਮੀਟਿੰਗ ਕੀਤੀ ਹੈ, ਕਿ ਇਸ ਤਰ੍ਹਾਂ ਜੇ ਮੀਟਿੰਗ ਕਰਕੇ ਮਾਮਲਿਆਂ ਨੂੰ ਹੱਲ ਕਰਨ ਵਾਲਾ ਗੱਲ ਤੁਰੇ ਤਾਂ ਲੋਕ ਬਿਲਕੁਲ ਇਸ ਤਰ੍ਹਾਂ ਦੇ ਅੰਦੋਲਨ ਨਹੀਂ ਹੋ ਸਕਦੇ। ਜੇ ਅੰਦੋਲਨ ਉਦੋਂ ਹੀ ਲੋਕਾਂ ਨੂੰ ਕਰਨੇ ਪੈਂਦੇ ਆ ਜਦੋਂ ਸਰਕਾਰ ਉਹਨਾਂ ਦੀ ਗੱਲ ਸੁਣਦੀ ਨਹੀਂ ਔਰ ਆਪਣਾ ਦਬਾਅ ਵਧਾਉਣਾ ਪੈਂਦਾ। ਹੁਣ ਕਿਸਾਨਾਂ ਦੀ ਗੱਲ ਵੀ ਉਦੋਂ ਸੁਣੀਗੀ ਜਦੋਂ ਉਹਨਾਂ ਨੇ ਰੇਲਾਂ ਰੋਕੀਆਂ ਔਰ ਹੋਰ ਅੱਗੇ ਜਿਹੜਾ ਉਹਨਾਂ ਨੇ ਆਪਣੇ ਪ੍ਰੋਗਰਾਮ ਲਿਖੇ, ਉਸ ਤੋਂ ਬਾਅਦ ਜਿਹੜੀ ਹੈ ਗੱਲ ਸੁਣੀ ਗਈ ਹੈ। ਤੇ ਜੇ ਇਹ ਗੱਲਾਂ ਦੇ ਪਹਿਲਾਂ ਵੀ ਗੱਲ ਜਦੋਂ ਇੰਨੀ ਵਾਰ ਹੋ ਚੁੱਕੀ ਹੈ ਕਿ ਪਹਿਲਾਂ ਫੈਸਲੇ ਹੋ ਜਾਣ ਤਾਂ ਸਰਕਾਰ ਨੂੰ ਹੀ ਇਹਨਾਂ ਅੰਦੋਲਨਾਂ ਦਾ ਜਿਹੜਾ ਟੱਕਰਾ ਕਰਨਾ ਪੈਂਦਾ, ਨਾ ਕਰਨਾ ਪਵੇ ਔਰ ਕਿਸਾਨਾਂ ਨੂੰ ਇਸ ਤਰ੍ਹਾਂ ਬਾਰ-ਬਾਰ ਸੜਕਾਂ ਤੇ ਨਾ ਆਉਣਾ ਪਵੇ, ਮੁਲਾਜ਼ਮਾਂ ਨੂੰ ਇਸ ਤਰ੍ਹਾਂ ਸੜਕਾਂ ਤੇ ਨਾ ਆਉਣਾ ਪਵੇ। ਸੋ ਇਹ ਚੰਗੀ ਗੱਲ ਹੈ ਕਿਸਾਨਾਂ ਨਾਲ ਇਸ ਤਰ੍ਹਾਂ ਮੀਟਿੰਗ ਕਰਕੇ ਮਾਮਲੇ ਹੱਲ ਹੋਏ ਆ, ਤੇ ਬਾਕੀ ਲੋਕਾਂ ਨਾਲ ਵੀ, ਚਾਹੇ ਬੇਰੁਜ਼ਗਾਰ ਅਧਿਆਪਕ ਨੇ ਚਾਹੇ ਦੂਜੇ ਅਧਿਆਪਕ ਨੇ, ਉਹਨਾਂ ਸਾਰਿਆਂ ਦੀਆਂ ਗੱਲਾਂ ਵੀ ਸੁਣੀਆਂ ਜਾਣੀਆਂ ਚਾਹੀਦੀਆਂ। ਬਾਕੀ ਮੁਲਾਜ਼ਮਾਂ ਨਾਲ ਵੀ ਮੀਟਿੰਗਾਂ ਕਰਕੇ ਮਾਮਲੇ ਹੱਲ ਕੀਤੇ ਜਾਣੇ ਚਾਹੀਦੇ। ਅੱਜ ਇਹਦੇ ਨਾਲ ਜਨ ਸਾਹਿਬ ਇੱਕ ਹੋਰ ਹੋਇਆ ਕਿ ਖੱਬੀਆਂ ਪਾਰਟੀਆਂ, ਖਾਸ ਕਰਕੇ CPF ਨੇ, ਜਿਹੜੇ CPM ਦੇ ਜਨਰਲ ਸਕੱਤਰ ਸੀ ਹਰਕ੍ਰਿਸ਼ਨ ਸਰਜੀਤ, ਉਹਨਾਂ ਦਾ ਬਰਸੀ ਸਮਾਗਮ ਜਿਹੜਾ ਇੱਥੇ ਮਨਾਇਆ ਗਿਆ, ਜਿਹਦੇ ਵਿੱਚ ਪਾਰਟੀ ਦੇ ਜਨਰਲ ਸਕੱਤਰ ਤੇ CPI ਦੇ ਆਗੂ ਵੀ ਤੇ ਹੋਰ ਪਾਰਟੀਆਂ ਦੇ ਆਗੂ ਵੀ ਜਿਹੜੇ ਸ਼ਾਮਲ ਹੋਏ ਸੀ। ਉਹਨਾਂ ਨੂੰ ਸੀਤਾਰਾਮ ਜੈਚਰੀ ਵੀ ਆਏ ਸੀ ਖਾਸ ਤੌਰ ਤੇ, ਉੱਥੇ ਉਹਨਾਂ ਨੂੰ ਅੱਜ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਨਾਲ ਹੀ ਜਿਹੜੇ ਉਸ ਮੀਟਿੰਗ ਦੇ ਵਿੱਚ ਜਿਹੜੇ ਇਕੱਠ ਸੀਗਾ, ਫੈਸਲਾ ਕੀਤਾ ਗਿਆ ਕਿ ਅਸੀਂ ਲੋਕਾਂ ਦੇ ਮਾਮਲੇ ਜਿਹੜੇ ਬੜੀ ਸ਼ਿੱਦਤ ਨਾਲ ਉਠਾਵਾਂਗੇ। ਸੋ ਅਖੀਰ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਕਿ ਅੱਜ ਸਾਡੇ ਸ਼ੋਅ ਦਾ ਜਿਹੜਾ ਸਮਾਂ ਸਮਾਪਤ ਹੁੰਦਾ ਹੈ, ਤੇ ਅਸੀਂ ਤੁਹਾਡੇ ਤੋਂ ਤੇ ਆਪਣੇ ਦਰਸ਼ਕਾਂ ਕੋਲੋਂ ਆਗਿਆ ਲੈਂਦੇ। ਧੰਨਵਾਦ।